ਅੱਜ ਰਾਂਝਾ ਸਾਹਿਬ ਸਾਡੇ ਨਾਲ ਬਹੁਤ ਹੀ ਖੂਬਸੂਰਤ ਇੱਕ ਪੈਗਾਮ ਸ਼ੇਅਰ ਕਰਨ ਵਾਲੇ ਹੈ। ਰਾਂਝਾ ਸਾਹਿਬ ਦੱਸੋ ਸਾਡੇ। अस्सलाम वालेकुम। नहीं भाई, मेरा ਤੁਹਾਨੂੰ ਵੀ ਸਲਾਮ ਹੈ ਤੇ ਮੇਰੇ ਜਿਹੜੇ ਵਿਊਜ਼ ਨੇ ਇਸ ਸਾਡੇ ਚੈਨਲ ਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਮੇਰਾ ਸਲਾਮ ਹੈ। ਮੈਂ ਨਹੀਂ ਭਾਈ ਨਾ ਇੱਕ ਬੜੀ ਖੂਬਸੂਰਤ ਅਗਲੇ ਦਿਨ ਇੱਕ ਕਹਾਣੀ ਪੜ੍ਹ ਰਿਹਾ ਸੀ ਤੇ ਮੇਰਾ ਇਹ ਦਿਲ ਕੀਤਾ ਕਿ ਮੈਂ ਉਸ ਕਹਾਣੀ ਨੂੰ ਆਪਣੇ ਸੱਜਣਾ ਦੇ ਨਾਲ, ਆਪਣੇ ਵੇਖਣ ਵਾਲਿਆਂ ਦੇ ਨਾਲ ਸਾਂਝਾ ਕਰਾਂ। ਉਹ ਕਹਾਣੀ ਕੁਝ ਇੱਥੋਂ ਸ਼ੁਰੂ ਹੁੰਦੀ ਹੈ ਜੀ। ਇੱਕ ਸ਼ਖਸ ਹੈ ਫੈਸਲਾਬਾਦ ਦਾ ਰਹਿਣ ਵਾਲਾ, ਘੰਟਾ ਘਰ ਦੇ ਕੋਲ ਰਹਿੰਦਾ ਜੀ, ਰਿਹਾਇਸ਼ੀ। ਉੱਥੇ ਹੀ ਚੌਕ ਦੇ ਵਿੱਚ ਦਾਲ ਚਾਵਲ ਦੀ ਉਹ ਬੰਦਾ ਰੇਹੜੀ ਲਾ ਰਿਹਾ ਸੀ। ਨਹੀਂ ਭਾਈ 8 ਸਾਲ ਉਹਨੇ ਲਗਾਤਾਰ ਇਹ ਕੰਮ ਕੀਤਾ ਔਰ ਉਹਦੀਆਂ ਅੱਲਾਹ ਪਾਕ ਦੀ ਜ਼ਾਤ ਨੇ 2 ਬੇਟੀਆਂ ਅਤਾ ਕੀਤੀਆਂ। ਉਹਨੇ ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਉਹ ਜਵਾਨ ਹੋ ਗਈਆਂ। ਵਕਤ ਗੁਜ਼ਰਦਾ ਗਿਆ, ਸਦਾ ਜਵਾਨੀ ਨਹੀਂ ਨਾ ਰਹਿੰਦੀ। ਨਹੀਂ ਭਾਈ ਉਹ ਬੰਦਾ ਬੁੱਢਾ ਹੋ ਗਿਆ। ਹੁਣ ਬੁਢਾਪੇ ਦੇ ਵਿੱਚ 2 ਜਵਾਨ ਬੇਟੀਆਂ ਦਾ ਫਰਜ਼ ਵੀ ਉਸ ਬੰਦੇ ਨੇ ਅਦਾ ਕਰਨਾ ਸੀ। ਬੜਾ ਪਰੇਸ਼ਾਨ ਰਹਿਣ ਲੱਗ ਪਿਆ, ਇਹ ਸੋਚ ਦੇ ਵਿੱਚ ਰਹਿਣ ਲੱਗ ਪਿਆ ਕਿ ਜੀ ਮੈਂ ਕਿੱਥੋਂ ਕਰਾਂਗਾ, ਇਹ ਕਿੱਥੋਂ ਸਾਰਾ ਕੁਝ ਮੈਨੇਜ ਹੋਏਗਾ। ਕੋਈ ਰਿਸ਼ਤਾ ਵੀ ਚੰਗਾ ਅੱਜ ਕੱਲ੍ਹ ਮਿਲਣਾ ਨਹੀਂ ਭਾਈ, ਕਿਹੜਾ ਸੌਖਾ ਹੈ। ਉਹ ਜੀ ਕੁਝ ਦਿਨ ਗੁਜ਼ਰੇ, ਅੱਲਾਹ ਪਾਕ ਦੀ ਰਹਿਮਤ ਹੋਈ। ਕੱਪੜੇ ਦਾ ਇੱਕ ਤਾਜਰ ਸੀ ਉਸ ਮਹੱਲੇ ਦਾ ਰਹਿਣ ਵਾਲਾ, ਉਹਨੇ ਰਿਸ਼ਤਾ ਭੇਜਿਆ। ਉਹਨੇ ਕਿਹਾ ਜੀ ਤੁਹਾਡੀਆਂ ਦੋਨਾਂ ਬੇਟੀਆਂ ਦਾ ਰਿਸ਼ਤਾ ਮੈਂ ਆਪਦੇ ਦੋਨਾਂ ਬੇਟਿਆਂ ਵਾਸਤੇ ਲੈਣਾ ਚਾਹਨਾ। ਉਹਨੇ ਕਿਹਾ ਜੀ ਮੈਂ ਆਪਦੇ ਘਰ ਦੀ ਵਾਲੀ ਨਾਲ, ਆਪਦੀ ਬੇਗਮ ਦੇ ਨਾਲ ਸਲਾਹ ਕਰਕੇ ਤੁਹਾਨੂੰ ਜ਼ਰੂਰ ਦੱਸਾਂਗਾ। ਘਰ ਗਿਆ, ਬੇਗਮ ਨੂੰ ਪੁੱਛਦਾ ਹੈ, ਬੇਗਮ ਆਪਣੇ ਮਹੱਲੇ ਦਾ ਫਲਾਂ ਜਿਹੜਾ ਤਾਜਰ ਆ, ਉਹਦੇ ਮੁੰਡੇ ਵੀ ਪੜ੍ਹੇ ਲਿਖੇ ਨੇ ਤੇ ਆਪਣੀਆਂ ਬੇਟੀਆਂ ਦਾ ਰਿਸ਼ਤਾ ਮੰਗਦਾ। ਬਸ ਜੀ ਬੇਗਮ ਨੇ ਕਿਹਾ ਇਸ ਤੋਂ ਚੰਗੀ ਕਿਹੜੀ ਗੱਲ ਹੈ, ਨਾਲੇ ਉਹ ਚੰਗੇ ਲੋਕ ਨੇ ਔਰ ਉਹ ਬੜੇ ਅੱਛੇ ਲੋਕ ਨੇ, ਅੱਛਾ ਖਾਨਦਾਨ ਹੈ, ਆਪਾਂ ਰਿਸ਼ਤਾ ਕਰ ਲਾਂਗੇ। ਪਰ ਗੱਲ ਇੱਥੇ ਨਹੀਂ ਮੁੱਕਦੀ। ਰਿਸ਼ਤਾ ਕਰ ਲੈਣਾ, ਹੁਣ ਮਾਂ-ਬਾਪ ਕੋਈ ਵੀ ਐਸਾ ਮਾਪੇ ਨਹੀਂ ਹੁੰਦੇ ਜਿਹੜੇ ਆਪਦੀ ਔਲਾਦ ਨੂੰ, ਆਪਣੀਆਂ ਬੇਟੀਆਂ ਨੂੰ ਖਾਲੀ ਹੱਥ ਟੋਰ ਦੇਣ। ਇਹ ਸੋਚ ਨਹੀਂ ਬਾਈ ਉਸ ਨੂੰ ਫਿਰ ਪਰੇਸ਼ਾਨ ਕਰਨ ਲੱਗ ਪਈ ਕਿ ਰਿਸ਼ਤਾ ਤਾਂ ਚਲੋ ਮੈਂ ਹਾਂ ਕਰ ਦਿੱਤੀ, ਲੇਕਿਨ ਇਸ ਦੇ ਬਾਅਦ ਮੈਂ ਇਹਨਾਂ ਨੂੰ ਕਿੱਥੋਂ ਇਹ ਸਾਰਾ ਸਮਾਨ ਜਹੇਜ਼ ਦਾ ਜਾਂ ਮਤਲਬ ਜਿਸ ਤਰ੍ਹਾਂ ਬਰਾਤ ਵਗੈਰਾ ਆਉਂਦੀ ਹੈ ਮੈਂ ਕਿੱਦਾਂ ਬੰਦੋਬਸਤ ਕਰਾਂ। ਦਿਨ ਗੁਜ਼ਰਦੇ ਜਾ ਰਹੇ ਸਨ, ਪਰੇਸ਼ਾਨੀ ਵੱਧਦੀ ਜਾ ਰਹੀ ਸੀ। ਇੱਕ ਦਿਨ ਸ਼ਾਮ ਨੂੰ ਉਹ ਬੰਦਾ ਨਮਾਜ਼ ਪੜ੍ਹੀ ਤੇ ਬੈਠਾ, ਦਰਵਾਜ਼ਾ ਖੜਕਦਾ, ਇੱਕ ਨੌਜਵਾਨ ਆਉਂਦਾ ਹੈ। ਉਹ ਪੁੱਛਦਾ ਹੈ ਫਲਾਂ ਸ਼ਖਸ ਜਿਹੜਾ ਕਿ ਦਾਲ ਚਾਵਲ ਦੀ ਰੇਹੜੀ ਲਾ ਰਿਹਾ ਸੀ ਫਲਾਂ ਚੌਕ ਦੇ ਵਿੱਚ, ਇਹ ਉਹਦਾ ਹੀ ਘਰ ਹੈ? ਉਹ ਬਾਬਾ ਜੀ ਕਹਿੰਦੇ ਨੇ ਜੀ ਬੇਟਾ ਇਹ ਮੈਂ ਹੀ ਉਹ ਹੈਗਾ। ਕਹਿੰਦਾ ਬਾਬਾ ਜੀ ਮੈਂ 2 ਮਿੰਟ ਲਈ ਅੰਦਰ ਆ ਕੇ ਤੁਹਾਡੇ ਨਾਲ ਇੱਕ ਗੱਲ ਕਰ ਸਕਦਾ? ਬਾਬਾ ਕਹਿੰਦਾ ਜੀ ਆ ਜਾਓ ਬੇਟਾ, 2 ਮਿੰਟ ਲਈ ਤੁਸੀਂ ਅੰਦਰ ਆ ਕੇ ਮੇਰੇ ਨਾਲ ਗੱਲ ਕਰ ਲਓ। ਉਹ ਕਹਿੰਦਾ ਬਾਬਾ ਜੀ ਮੈਨੂੰ ਇੱਕ ਸਿਰਫ ਗੱਲ ਦੱਸਣੀ ਕਿ ਮੈਂ ਬੜੀ ਦੂਰੋਂ ਆਇਆ ਚੱਲ ਕੇ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿਆਰਤ ਹੋਈ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਫਲਾਂ ਸ਼ਖਸ ਫਲਾਂ ਚੌਕ ਦੇ ਵਿੱਚ ਘਰ ਹੈ, ਇਹ ਇੱਕ ਜਿਹੜਾ ਤੋਹਫਾ ਉਹਨੂੰ ਦੇ ਕੇ ਆ। ਮੈਨੂੰ ਇੱਕ ਗੱਲ ਤੇ ਦੱਸ ਦਿਓ ਬਾਬਾ ਜੀ ਕਿ ਤੁਹਾਡੇ ਵਿੱਚ ਐਸਾ ਕਿਹੜਾ ਅਮਲ ਸੀ ਜਿਹਦੀ ਵਜ੍ਹਾ ਤੋਂ ਮੈਨੂੰ ਇੰਨੀ ਦੂਰੋਂ ਤੁਹਾਡੇ ਕੋਲ ਆਉਣਾ ਪਿਆ? ਬਾਬਾ ਜੀ ਕਹਿੰਦੇ ਨੇ ਬੇਟਾ ਹੋਰ ਤਾਂ ਕੁਝ ਨਹੀਂ, ਲੇਕਿਨ ਕੋਈ ਦਿਨ ਐਸਾ ਖਾਲੀ ਨਹੀਂ ਜਾਂਦਾ ਜਿਸ ਦਿਨ ਮੈਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਦਰੂਦ ਪਾਕ ਨਹੀਂ ਉਹ ਭੇਜਦਾ। ਬਸ ਉਹ ਜਵਾਨ ਇਹ ਗੱਲ ਸੁਣ ਕੇ ਚਲਾ ਜਾਂਦਾ ਹੈ। ਉਹ ਇੱਕ ਬਰੀਫ ਕੇਸ ਦੇ ਕੇ ਜਾਂਦਾ ਹੈ। ਉਹ ਬਾਬੇ ਉਰੀ ਬਰੀਫ ਕੇਸ ਜਦੋਂ ਖੋਲ੍ਹਦੇ ਨੇ 30 ਲੱਖ ਰੁਪਇਆ ਉਹਦੇ ਵਿੱਚ ਹੁੰਦਾ ਹੈ। ਉਹਦੇ ਨਾਲ ਆਪਣੀ ਬੇਟੀਆਂ ਦੀ ਸ਼ਾਦੀ ਵੀ ਕਰ ਲੈਂਦਾ ਹੈ ਔਰ ਰੋਜ਼ਾ ਰਸੂਲ ਤੇ ਹਾਜ਼ਰੀ ਵੀ ਦੇ ਆਉਂਦਾ ਹੈ। ਤੇ ਨਹੀਂ ਬਾਈ ਇਸ ਗੱਲ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਜਿਹੜਾ ਵੀ ਸ਼ਖਸ ਸੱਚੇ ਦਿਲੋਂ ਦਰੂਦ ਪਾਕ ਭੇਜਦਾ ਹੈ ਉਹ ਸੁਣਦੇ ਵੀ ਨੇ ਤੇ ਆਪਦੇ ਗੁਲਾਮਾਂ ਨੂੰ ਆਪਦੇ ਦਿਲਾਂ ਦੇ ਵਿੱਚ ਰੱਖਦੇ ਵੀ ਨੇ। ਬੇਸ਼ੱਕ।